ਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਹੁਕਮੇ ਹੋਵਨ ਆਕਾਰ। ਸੱਚੇ ਪਾਤਸ਼ਾਹ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਜੀ, ਸਿੱਧਾਂ ਦੇ ਸਾਧ ਸੰਗਤ ਜੀ, ਇਹ ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਸੱਚੇ ਪਾਤਸ਼ਾਹ ਨੇ ਸ਼ਬਦ ਦੁਆਰਾ ਸਿੱਧਾਂ ਨੂੰ ਸ਼ਾਂਤੀ ਪ੍ਰਦਾਨ ਕੀਤੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਜਿਸ ਵਕਤ ਵਾਹਿਗੁਰੂ ਨੂੰ ਮਿਲਣ ਦਾ ਸਾਧਨ ਦੱਸਿਆ ਕਿ ਸਿੱਧੋ ਜੋ ਹੁਕਮ ਹੈ ਨਾ ਪਰਮੇਸ਼ਰ ਦਾ, ਉਹਦੇ ਹੁਕਮ ਵਿੱਚ ਚੱਲਣਾ ਚਾਹੀਦਾ, ਭਾਣੇ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ, ਫਿਰ ਜੀਵ ਦਾ ਹਿਰਦਾ ਸਚਿਆਰ ਹੋ ਸਕਦਾ ਹੈ, ਅੰਦਰੋਂ ਛਲ ਤੇ ਕਪਟ ਨਾਸ਼ ਹੋ ਸਕਦੇ ਹੈ। ਇਹਨਾਂ ਕਿਹਾ ਮਹਾਰਾਜ ਫਿਰ ਸਾਨੂੰ ਹੁਕਮ ਦੱਸੋ, ਪਰਮੇਸ਼ਰ ਦਾ ਹੁਕਮ ਕੀ ਹੈ? ਤੇ ਸਤਿਗੁਰੂ ਜੀ ਨੇ ਕਿਹਾ ਹੁਕਮ ਨਾ ਕਹਿਆ ਜਾਈ। ਸਿੱਧੋ ਹੁਕਮ ਤਾਂ ਪਰਮੇਸ਼ਰ ਦਾ ਕਿਹਾ ਨਹੀਂ ਜਾ ਸਕਦਾ, ਕਿਉਂਕਿ ਇਹ ਸਮਝਦੇ ਸੀ ਕਿ ਜੇ ਹੁਕਮ ਮਹਾਰਾਜ ਦੱਸਣਗੇ ਤੇ ਹੁਕਮੀ ਨੂੰ ਜਾਣਨ ਵਿੱਚ ਕੋਈ ਕਠਿਨਾਈ ਨਹੀਂ ਹੋਣੀ, ਹੁਕਮ ਤੋਂ ਫਿਰ ਜਾਣ ਹੀ ਲਵਾਂਗੇ ਕਿ ਹੁਕਮੀ ਦਾ ਬਲ ਕੈਸਾ ਹੈ। ਸਤਿਗੁਰੂ ਜੀ ਕਹਿੰਦੇ ਹੁਕਮ ਤਾਂ ਭਾਈ ਸੰਪੂਰਨ ਤੌਰ ਤੇ ਕਿਹਾ ਹੀ ਨਹੀਂ ਜਾ ਸਕਦਾ। ਫਿਰ ਕਹਿੰਦੇ ਮਹਾਰਾਜ ਜਿੰਨਾ ਕੁ ਕਥਨ ਕੀਤਾ ਜਾ ਸਕਦਾ ਹੈ, ਜਿੰਨਾ ਕੁ ਕਥਨ ਵਿੱਚ ਆਉਂਦਾ ਉਹਨਾਂ ਤਾਂ ਕਰੋ ਨਾ, ਫਿਰ ਸਾਨੂੰ ਪਤਾ ਲੱਗੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਫਿਰ ਇਹਨਾਂ ਦੀ ਬੇਨਤੀ ਇਹ ਮੰਨ ਕਰਕੇ ਹਜੂਰ ਨੇ ਇਹ ਹੁਕਮ ਦੀ ਪੌੜੀ ਹਜੂਰ ਨੇ ਉਚਾਰਨ ਕੀਤੀ ਆ। ਹੁਕਮੇ ਹੋਵਨ ਆਕਾਰ। ਮਹਾਰਾਜ ਕਹਿੰਦੇ ਭਾਈ ਜਿੰਨਾ ਵੀ ਇਹ ਆਕਾਰ ਹੈ ਨਾ ਵਾਹਿਗੁਰੂ ਦੇ ਹੁਕਮ ਵਿੱਚ ਹੋਇਆ ਹੈ। ਐੜੇ ਤੋਂ ਸਾਧ ਸੰਗਤ ਜੀ ਵਿਸ਼ਨੂੰ ਹੈ, ਕਾ ਤੋਂ ਸਾਧ ਸੰਗਤ ਜੀ ਕਰਤਾ ਜਿਵੇਂ ਬ੍ਰਹਮਾ ਹੈ, ਤੇ ਰਾ ਤੋਂ ਰੁਦਰ ਸ਼ਿਵ ਜੀ ਹੈ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕੋਟ ਬ੍ਰਹਮੇ ਜਗ ਸਾਜਣ ਲਾਏ, ਕਰੋੜਾਂ ਹੀ ਬ੍ਰਹਮੇ ਜਿਹੜੇ ਆ ਜਗਤ ਨੂੰ ਸਾਜਣ ਵਾਸਤੇ ਲਾਏ ਹੋਏ ਆ। ਇਹ ਜਿੰਨਾ ਵੀ ਚਾਰ ਖਾਣੀਆਂ ਦੇ ਸ਼ਰੀਰਾਂ ਦਾ ਵੀ ਆਕਾਰ ਹੈ ਨਾ, ਮਹਾਰਾਜ ਕਹਿੰਦੇ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੋਇਆ ਹੈ। ਸਾਧ ਸੰਗਤ ਜੀ ਇਹਨਾਂ ਸ਼ਰੀਰਾਂ ਦੇ ਆਕਾਰਾਂ ਬਾਰੇ ਵੀ ਨਹੀਂ ਪਤਾ ਲੱਗਦਾ। ਆ ਸਾਇੰਸਦਾਨਾਂ ਨੂੰ ਖੋਜ ਜਿਹੜੇ ਕਰਦੇ ਆ ਉਹਨਾਂ ਨੂੰ ਕਦੇ ਕਦੇ ਸਮੁੰਦਰ ਵਿੱਚੋਂ ਨਵੇਂ ਆਕਾਰ ਦੀ ਮੱਛੀ ਲੱਭ ਪੈਂਦੀ। ਕਹਿੰਦੇ ਇਹ ਆਕਾਰ ਤਾਂ ਵੇਖਿਆ ਹੀ ਨਹੀਂ ਅਜੇ ਤੱਕ। ਇਹ ਜਿੰਨੇ ਵੀ ਆਕਾਰ ਹੈ ਨਾ ਵਾਹਿਗੁਰੂ ਦੇ ਹੁਕਮ ਵਿੱਚ ਹੋਏ ਆ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਜੋ ਵੀ ਇਹ ਦ੍ਰਿਸ਼ਟੀ ਵਿੱਚ ਆ ਰਿਹਾ ਹੈ, ਇਹ ਜਿੰਨੇ ਨਾਮ ਕੇ ਧਾਰੇ ਖੰਡ ਬ੍ਰਹਮੰਡ, ਜਿੰਨੇ ਖੰਡ ਬ੍ਰਹਮੰਡ ਹਨ ਸਭ ਵਾਹਿਗੁਰੂ ਦੇ ਹੁਕਮ ਵਿੱਚ ਹੋਏ ਹਨ। ਹੁਕਮ ਨਾ ਕਹਿਆ ਜਾਏ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਹੁਕਮ ਜਿਹੜਾ ਸਿੱਧੋ ਉਹ ਸੰਪੂਰਨ ਤੌਰ ਤੇ ਕਥਨ ਨਹੀਂ ਕੀਤਾ ਜਾ ਸਕਦਾ। ਹੁਕਮੇ ਹੋਵਨ ਜਿਆ। ਫਿਰ ਹਜੂਰ ਕਹਿੰਦੇ ਭਾਈ ਜਿੰਨੇ ਜਿਹੜੇ ਜੀਵ ਹਨ ਸਾਧ ਸੰਗਤ ਜੀ, ਇੱਕ ਹੁੰਦਾ ਸਰੀਰ ਬਾਹਰਲਾ ਆਕਾਰ, ਇੱਕ ਹੁੰਦਾ ਅੰਦਰ ਜੀਵ ਆਤਮਾ। ਜਦੋਂ ਪਹਿਲਾਂ ਸਰੀਰ ਦਾ ਲੋਥੜਾ ਬਣਦਾ ਹੈ ਮਾਤਾ ਦੇ ਉਦਰ ਦੇ ਅੰਦਰ, ਤੇ 3 ਮਹੀਨੇ ਬਾਅਦ ਜਦੋਂ ਅੰਗ ਪ੍ਰਤੰਗ ਬਣ ਜਾਂਦੇ ਆ ਨਾ, ਉਦੋਂ ਫਿਰ ਜੀਵ ਆਤਮਾ ਪ੍ਰਵੇਸ਼ ਕਰਦੀ ਹੈ। ਇਸੇ ਕਰਕੇ ਇਹ ਸ਼ਬਦ ਕਹੇ ਆ ਗਡੇਂਦਿਆਂ 6 ਮਾਹ, ਤੁੜੰਦਿਆਂ ਇੱਕ ਖਿਨੋ। ਸੰਸਾਰ ਨਾਲ ਗੰਢ ਪੈਂਦਿਆਂ 6 ਮਹੀਨੇ ਲੱਗਦੇ ਆ, 3 ਮਹੀਨੇ ਅੰਗ ਪ੍ਰਤੰਗ ਬਣਦੇ ਆ, ਤੇ ਬਾਕੀ 6 ਮਹੀਨੇ ਅੰਦਰ ਜੀਵ ਆਤਮਾ ਨੂੰ ਰਹਿਣਾ ਪੈਂਦਾ ਹੈ। ਜਿੱਥੇ ਸਾਧ ਸੰਗਤ ਜੀ ਲਿਖਿਆ ਹੋਇਆ ਕਿ ਮੁਖ ਥਲੇ ਪੈਰ ਉੱਪਰ ਹੈ, ਵਸੰਦੋ ਕੋਹਥੜਾ ਥਾਏ। ਇਹੋ ਜਿਹੇ ਔਖੇ ਥਾਂ ਦੇ ਉੱਤੇ ਜੀਵ ਨੂੰ ਵਸਣਾ ਪੈਂਦਾ ਹੈ। ਸਤਿਗੁਰੂ ਜੀ ਕਹਿੰਦੇ ਜਿੰਨੇ ਵੀ ਜੀਵ ਹੈ ਨਾ, ਹੁਣ ਬਾਹਰੋਂ ਆਕਾਰ ਤੇ ਵੇਖੋ ਸਾਧ ਸੰਗਤ ਜੀ ਜਿਹੜਾ ਹੈ ਇਹ ਚੋਲੇ ਵਾਂਗ ਹੀ ਜੀਵ ਪਾਉਂਦੇ ਆ। ਹੁਣ ਜਿਹੜੇ ਕੋਈ ਸੱਪ ਹੈ, ਕੋਈ ਡੱਡੂ ਹੈ, ਕੋਈ ਪਸ਼ੂ ਪੰਛੀ ਜਿੰਨੇ ਵੀ ਹੈ, ਇਹ ਸਰੀਰਾਂ ਦੇ ਬਾਹਰਲੇ ਆਕਾਰ ਨਾਲ ਸੂਖਸ਼ਮ ਸਰੀਰ ਨੂੰ ਪ੍ਰਾਪਤ ਹੋ ਜਾਂਦੇ ਆ। ਅੰਦਰ ਜਿਹੜੀ ਜੀਵ ਆਤਮਾ ਹੈ ਨਾ, ਸਤਿਗੁਰੂ ਜੀ ਕਹਿੰਦੇ ਇਹ ਭਾਈ ਸੂਖਸ਼ਮ ਸਰੀਰ ਵੀ ਜਿਹੜੇ ਹੈ ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਹੈ। ਪਰਮੇਸ਼ਰ ਨੇ ਆਪਣੇ ਹੁਕਮ ਦੇ ਅੰਦਰ ਇਹ ਜੀਵ ਜਿਹੜੇ ਆ ਪੈਦਾ ਕੀਤੇ ਆ, ਸੂਖਸ਼ਮ ਸਰੀਰ ਬਣਾਏ ਆ। ਹੁਕਮ ਮਿਲੈ ਵਡਿਆਈ। ਵਾਹਿਗੁਰੂ ਦੇ ਹੁਕਮ ਵਿੱਚ ਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਜੀਆਂ ਨੂੰ ਭਾਈ ਸੱਚੇ ਨਾਮ ਦੀ ਵਡਿਆਈ ਮਿਲ ਜਾਂਦੀ ਹੈ, ਸਤਸੰਗਤ ਕਰਨ ਦਾ ਸੁੱਖ ਮਿਲ ਜਾਂਦਾ ਹੈ।
ਇਹ ਵਡਿਆਈਆਂ ਪ੍ਰਾਪਤ ਹੋ ਜਾਂਦੀਆਂ ਸੱਚੇ ਨਾਮ ਦੀਆਂ। ਹੁਕਮੇ ਉਤਮ ਨੀਚ। ਫਿਰ ਮਹਾਰਾਜ ਕਹਿੰਦੇ ਭਾਈ ਜਿਹੜੇ ਉੱਤਮ ਹੈ ਨਾ ਸ਼ੁਭ ਕਰਮਾਂ ਨੂੰ ਕਰਦੇ ਉਹ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੈ, ਤੇ ਜਿਹੜੇ ਨੀਚ ਨਿਖਿੱਧ ਕਰਮ ਕਰਦੇ ਆ ਹਰ ਵੇਲੇ ਪਾਪ ਬਿਰਤੀ ਹੀ ਮਨ ਵਿੱਚ ਘੁੰਮਦੀ ਰਹਿੰਦੀ ਹੈ, ਕਦੇ ਵੀ ਚੰਗਾ ਸੋਚਦੇ ਹੀ ਨਹੀਂ। ਮਹਾਰਾਜ ਕਹਿੰਦੇ ਉਹ ਵੀ ਮੇਰੇ ਵਾਹਿਗੁਰੂ ਦੇ ਹੁਕਮ ਵਿੱਚ ਹੀ ਹਨ। ਹੁਕਮ ਲਿਖ ਦੁਖ ਸੁਖ ਪਾਈਆ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਹੁਕਮ ਵਿੱਚ ਹੀ ਲਿਖਿਆ ਹੋਇਆ ਜਿਹੜੇ ਉੱਤਮ ਪੁਰਖ ਹੈ ਨਾ ਸ਼ੁਭ ਕਰਮ ਕਰਦੇ ਆ ਸੁਖ ਪਾਈ ਹੈ, ਉਹ ਸੁਖ ਪਾਉਂਦੇ ਆ। ਤੇ ਜਿਹੜੇ ਸਾਧ ਸੰਗਤ ਜੀ ਨਖਿੱਧ ਕਰਮ ਕਰਦੇ ਆ ਤੇ ਨਖਿੱਧ ਕਰਮਾਂ ਦੇ ਕਰਨ ਵਾਲਿਆਂ ਨੂੰ ਵਾਹਿਗੁਰੂ ਦੇ ਹੁਕਮ ਵਿੱਚ ਹੀ ਸਾਧ ਸੰਗਤ ਜੀ ਫਿਰ ਦੁੱਖ ਪਾਉਣਾ ਪੈਂਦਾ ਏ। ਇਕ ਨਾ ਹੁਕਮੇ ਬਖਸ਼ੇਸ। ਇਕ ਨਾ ਦੇ ਉੱਤੇ ਵਾਹਿਗੁਰੂ ਜੀ ਆਪਣੇ ਹੁਕਮ ਵਿੱਚ ਹੀ ਮਹਾਰਾਜ ਕਹਿੰਦੇ ਭਾਈ ਬਖਸ਼ਿਸ਼ ਕਰ ਦਿੰਦੇ ਆ, ਬ੍ਰਹਮ ਗਿਆਨ ਦੀ ਬਖਸ਼ਿਸ਼ ਕਰ ਦਿੰਦੇ ਆ, ਵਡਿਆਈਆਂ ਬਖਸ਼ ਦਿੰਦੇ ਆ। ਇਕ ਹੁਕਮੇ ਸਦਾ ਭਵਾਈਆ ਹੈ। ਤੇ ਇੱਕ ਵਾਹਿਗੁਰੂ ਦੇ ਹੁਕਮ ਵਿੱਚ ਹੀ ਮਹਾਰਾਜ ਕਹਿੰਦੇ ਭਾਈ 84 ਲੱਖ ਜੂਨਾਂ ਵਿੱਚ ਗੇੜੇ ਖਾਂਦੇ ਰਹਿੰਦੇ ਆ, 84 ਲੱਖ ਦੇ ਵਿੱਚ ਭਟਕਦੇ ਰਹਿੰਦੇ ਆ। ਹੁਕਮ ਅੰਦਰ ਸਭ ਕੋ। ਇਹ ਸਭ ਕੁਝ ਜੋ ਹੈ ਮਹਾਰਾਜ ਕਹਿੰਦੇ ਵਰਤਾਰਾ ਵਰਤ ਰਿਹਾ ਸਭ ਕੁਝ ਭਾਈ ਹੁਕਮ ਦੇ ਅੰਦਰ ਹੈ। ਬਾਹਰ ਹੁਕਮ ਨਾ ਕੋਏ। ਹੁਕਮ ਤੋਂ ਬਾਹਰ ਮਹਾਰਾਜ ਕਹਿੰਦੇ ਭਾਈ ਕੁਝ ਵੀ ਨਹੀਂ ਹੈ, ਸਭ ਕੁਝ ਵਾਹਿਗੁਰੂ ਦੇ ਹੁਕਮ ਵਿੱਚ ਹੀ ਵਰਤ ਰਿਹਾ ਹੈ। ਨਾਨਕ ਹੁਕਮ ਜੇ ਬੁਝੈ। ਹਜੂਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਜੇ ਵਾਹਿਗੁਰੂ ਦੇ ਹੁਕਮ ਨੂੰ ਗੁਰੂ ਜੀ ਦੇ ਦੁਆਰਾ ਬੁੱਝ ਲਵੇ ਭਾਵ ਭਾਣਾ ਮੰਨਣ ਦੀ ਜਾਚ ਸਿੱਖ ਲਵੇ ਤਾਂ ਹਉ ਮੈਂ ਕਹ ਨਾ ਕੋਏ। ਫਿਰ ਸਾਧ ਸੰਗਤ ਜੀ ਹਉਮੈ ਦੇ ਅੰਦਰ ਆ ਕਰਕੇ ਨਾ ਹੰਗਤਾ ਮਮਤਾ ਦਾ ਕੋਈ ਬੋਲ ਨਹੀਂ ਬੋਲਦਾ ਹੈ, ਉਹ ਕਿਸੇ ਪ੍ਰਕਾਰ ਹੰਕਾਰ ਵਿੱਚ ਨਹੀਂ ਕੋਈ ਫਿਰ ਬੋਲਦਾ, ਕਿਉਂਕਿ ਉਸ ਨੂੰ ਮਹਾਰਾਜ ਜੀ ਦੇ ਗਿਆਨ ਦੁਆਰਾ ਹੁਕਮ ਦੀ ਸੋਝੀ ਪੈ ਜਾਂਦੀ ਹੈ, ਭਾਣਾ ਮੰਨਣ ਦੀ ਜਾਚ ਆ ਜਾਂਦੀ ਹੈ। ਇਸ ਪ੍ਰਕਾਰ ਫਿਰ ਹੁਕਮੇ ਹੋਵਨ ਆਕਾਰ। ਹਜੂਰ ਕਹਿੰਦੇ ਭਾਈ ਇਹ ਬ੍ਰਹਮ ਗਿਆਨੀ ਤੇ ਜਗਿਆਸੂ ਦੇ ਹਨ ਤਾਂ ਤਿੰਨ ਅਰਥ, ਪਰ ਬ੍ਰਹਮ ਗਿਆਨੀ ਤੇ ਜਗਿਆਸੂ ਦਾ ਇੱਕ ਰਲਵਾਂ ਹੀ ਅਰਥ ਹੁਣ ਆਪ ਜੀ ਨੇ ਸਮਝਣਾ ਕਿਉਂਕਿ ਸਮਾਂ ਥੋੜਾ ਹੈ। ਸਤਿਗੁਰੂ ਜੀ ਕਹਿੰਦੇ ਹੁਕਮੀ ਹੋਵਨ ਆਕਾਰ। ਗਰੀਬ ਨਵਾਜ ਕਹਿੰਦੇ ਭਾਈ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦਾ ਹੁਕਮ ਮਿੱਠਾ ਲੱਗਦਾ ਹੈ ਨਾ, ਹੁਕਮ ਮੰਨਣ ਦੇ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਜੀ ਪਿਆਰ ਪੈ ਜਾਂਦਾ ਹੈ, ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਜਿੰਨੇ ਆਕਾਰ ਆ ਨਾ ਸਭ ਭਾਈ ਉਹਨਾਂ ਦੇ ਹੁਕਮ ਨੂੰ ਮੰਨਣ ਲੱਗ ਪੈਂਦੇ। ਇਹ ਜਿੰਨੇ ਵੀ ਆਕਾਰ ਸਾਨੂੰ ਦਿਸਦੇ ਆ ਨਾ ਸੂਰਜ ਚੰਦਰਮਾ ਤੱਕ ਦੇ, ਇਹ ਜਿਹੜੇ ਸਾਧ ਸੰਗਤ ਜੀ ਬ੍ਰਹਮ ਗਿਆਨੀ ਹੁੰਦੇ ਆ, ਜਗਿਆਸਾ ਸਹਿਤ ਮਹਾਰਾਜ ਜੀ ਨਾਲ ਪਿਆਰ ਕਰਦੇ ਆ, ਹੁਕਮੀ ਹੋਵਨ ਆਕਾਰ। ਵਾਹਿਗੁਰੂ ਜੀ ਦੇ ਬਣਾਏ ਹੋਏ ਸਾਰੇ ਆਕਾਰ ਉਹਨਾਂ ਦੇ ਹੁਕਮ ਵਿੱਚ ਹੋ ਪੈਂਦੇ ਆ, ਭਾਵ ਚੱਲ ਪੈਂਦੇ ਆ। ਜਿਵੇਂ ਜ਼ਿਕਰ ਆਉਂਦਾ ਹੈ ਕਿ ਜਦੋਂ ਦਿੱਲੀ ਤੋਂ ਨਰੰਗੇ ਨੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਕੋਲ ਭੇਜੀ ਸੀ ਬੇਨਤੀ, ਕਿਉਂਕਿ ਰਾਮ ਰਾਏ ਜੀ ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਗਏ ਸੀਗੇ। ਇਹ ਨਰੰਗਾ ਜਿਹੜਾ ਸੀ ਗੁਰੂ ਸਾਹਿਬ ਜੀ ਨੂੰ ਦਿੱਲੀ ਬਣਾਉਣਾ ਚਾਹੁੰਦਾ ਸੀ, ਤੇ ਮਹਾਰਾਜ ਸਾਹਿਬ ਜੀ ਨੇ ਇਹ ਪ੍ਰਤੱਗਿਆ ਕਰ ਲਈ ਸੀ ਕਿ ਮਲੇਸ਼ ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਕਿ ਅਸੀਂ ਮਲੇਸ਼ ਨੂੰ ਆਪਣਾ ਦਰਸ਼ਨ ਨਹੀਂ ਦੇਣਾ ਇਸ ਨਰੰਗੇ ਨੂੰ। ਤੇ ਜਦੋਂ ਇਹਦੀ ਬੇਨਤੀ ਆਈ ਹਜੂਰ ਨੇ ਫਿਰ ਸਾਰੇ ਸਿੱਖਾਂ ਨਾਲ ਗੁਰਮਤਾ ਕੀਤਾ, ਸਲਾਹ ਕੀਤੀ ਕਿ ਭਾਈ ਕਿਵੇਂ ਹੋਣਾ ਚਾਹੀਦਾ, ਅਸਾਂ ਤਾਂ ਜਾਣਾ ਨਹੀਂ ਤੇ ਕੋਈ ਜਾਵੇ। ਸਾਰੇ ਡਰ ਗਏ ਕਿ ਮਹਾਰਾਜ ਨਰੰਗੇ ਦਾ ਤਾਂ ਜਵਾ ਬੜਾ ਹੈ, ਅਸੀਂ ਮਹਾਰਾਜ ਉੱਥੇ ਕਿਵੇਂ ਜਾ ਸਕਦੇ ਹਾਂ। ਫਿਰ ਮਹਾਰਾਜ ਜੀ ਦੇ ਵੱਡੇ ਪੁੱਤਰ ਜੋ ਬਾਬਾ ਰਾਮ ਰਾਏ ਜੀ ਸੀ, ਇਹ ਕਹਿਣ ਲੱਗੇ ਕਿ ਮਹਾਰਾਜ ਅਸੀਂ ਜਾਵਾਂਗੇ ਜੇ ਤੁਸੀਂ ਆਪ ਆਗਿਆ ਕਰਦੇ ਹੋ। ਤਾਂ ਸਤਿਗੁਰੂ ਜੀ ਨੇ ਖੁਸ਼ ਹੋ ਕਰਕੇ ਫਿਰ ਬਚਨ ਕਿਹਾ, ਪੁੱਤਰ ਰਾਮ ਰਾਏ ਤੇਰੀ ਰਸਨਾ ਤੇ ਵਸਾਂਗੇ, ਜੋ ਕਹੇਗਾ ਸਤ ਹੋ ਜਾਵੇਗਾ। ਮਹਾਰਾਜ ਜੀ ਦਾ ਹੁਕਮ ਮੰਨਿਆ ਬਾਬਾ ਰਾਮ ਰਾਏ ਜੀ ਨੇ। ਜਿਸ ਵਕਤ ਸਾਧ ਸੰਗਤ ਜੀ ਵੇਖੋ ਹੁਕਮ ਦੀ ਖੇਡ ਕੈਸੀ ਹੈ, ਜਦੋਂ ਤਿਆਰੀ ਕਰਨ ਲੱਗੇ ਕਿ ਅੱਛਾ ਹੁਣ ਬਾਬਾ ਰਾਮ ਰਾਏ ਜੀ ਨੇ ਦਿੱਲੀ ਜਾਣਾ ਤੇ ਤਿਆਰੀ ਹੋਣ ਲੱਗੀ, ਰੱਥ ਦੇ ਉੱਤੇ ਸਮਾਨ ਵਗੈਰਾ ਜਿਹੜਾ ਸੀ ਲੋੜੀਂਦੀਆਂ ਵਸਤੂਆਂ ਉਹ ਰੱਖੀਆਂ ਜਾਣ ਲੱਗੀਆਂ। ਮੇਨ ਜਿਹੜਾ ਮੁੱਖ ਦਰਵਾਜ਼ਾ ਸੀ ਉੱਥੇ ਰੱਥ ਖਲੋਤਾ ਹੋਇਆ, ਅੱਗੇ ਅਜੇ ਘੋੜੇ ਨਹੀਂ ਜੋਏ। ਤੇ ਬਾਬਾ ਰਾਮ ਰਾਏ ਜੀ ਦੇ ਮਨ ਵਿੱਚ ਖਿਆਲ ਆਇਆ, ਮਨਾ
ਗੁਰੂ ਪਿਤਾ ਨੇ ਬਚਨ ਤਾਂ ਕਹਿਤਾ, ਮੈਂ ਤਾਂ ਹੁਕਮ ਮੰਨ ਕੇ ਤੁਰਨ ਲੱਗਾ, ਤੇ ਜੇ ਉੱਥੇ ਜਾ ਕਰਕੇ ਕੋਈ ਸ਼ਕਤੀ ਪ੍ਰਗਟ ਨਾ ਹੋਈ, ਇੱਥੇ ਪ੍ਰਗਟ ਕਰਕੇ ਤਾਂ ਵੇਖੀਏ ਇੱਕ ਵਾਰੀ, ਅਜਮਾਈਏ ਤਾਂ ਸਹੀ। ਤੇ ਜਦੋਂ ਉਹ ਆਕਾਰ ਹੀ ਹੈ ਨਾ ਕੇਵਲ, ਵੇਖੋ ਹੁਣ ਨਿਰਜੀਵ ਚੀਜ਼ ਹੈ, ਜੜ ਹੈ ਰਥ ਆਪਣੇ ਆਪ ਤਾਂ ਨਹੀਂ ਨਾ ਤੁਰਦਾ, ਘੋੜੇ ਜੋਈਏ ਤੇ ਫੇਰ ਹੀ ਨੱਠਦਾ। ਤੇ ਬਾਬਾ ਰਾਮ ਰਾਏ ਜੀ ਨੇ ਫਿਰ ਮਨ ਵਿੱਚ ਸੰਕਲਪ ਕੀਤਾ ਕਿ ਇਹ ਰਥ ਆਪਣੇ ਆਪ ਹੀ ਘੋੜਿਆਂ ਦੇ ਸਦਰਸ਼ ਚੱਲ ਪਵੇ। ਜਦੋਂ ਇਉਂ ਸੰਕਲਪ ਕਰਕੇ ਕਿਹਾ, ਰਥ ਸਰਪਟ ਦੌੜ ਪਿਆ ਇੱਕਦਮ। ਜਦੋਂ ਦੌੜਿਆ ਉਸੇ ਗਤੀ ਨਾਲ ਫਿਰ ਵਾਪਸ ਬੁਲਾ ਲਿਆ। ਸਿੱਖਾਂ ਨੇ ਇਹ ਵੇਖ ਕੇ ਬੜਾ ਆਸ਼ਚਰਜ ਮੰਨਿਆ, ਗੁਰੂ ਸਾਹਿਬ ਨੂੰ ਦੱਸਿਆ। ਮਹਾਰਾਜ ਕਹਿੰਦੇ, ਪੁੱਤਰ ਰਾਮ ਰਾਏ, ਕੀ ਸਾਡੇ ਕਹੇ ਬਚਨਾਂ ਤੇ ਭਰੋਸਾ ਨਹੀਂ ਤੈਨੂੰ? ਜੋ ਕਹੇਗਾ ਸਤ ਹੋਵੇਗਾ। ਸਾਧ ਸੰਗਤ ਜੀ, ਜਿਹੜੇ ਹੁਕਮ ਮੰਨ ਲੈਂਦੇ ਆ ਨਾ ਸਤਿਗੁਰਾਂ ਜੀ ਦਾ, ਇਹ ਜਿੰਨੇ ਆਕਾਰ ਵੈ ਨਾ, ਇਹ ਸਾਰੇ ਉਹਨਾਂ ਦੇ ਹੁਕਮ ਵਿੱਚ ਫਿਰ ਚੱਲ ਪੈਂਦੇ ਆ। ਸਤਿਗੁਰੂ ਜੀ ਦੇ ਹੁਕਮ ਮੰਨਣ ਵਿੱਚ ਵੇਖੋ ਐਡੀ ਵੱਡੀ ਸ਼ਕਤੀ ਵਰਤਦੀ ਹੈ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਨੇ, ਹੁਕਮੀ ਹੋਵਨ ਆਕਾਰ। ਭਾਈ ਜਿਹੜੇ ਵਾਹਿਗੁਰੂ ਜੀ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਦੇ ਆ, ਬ੍ਰਹਮ ਗਿਆਨੀ ਹੋ ਜਾਂਦੇ ਆ, ਜਗਿਆਸੂ ਬਣ ਕਰਕੇ ਵਾਹਿਗੁਰੂ ਦੀ ਬੰਦਗੀ ਕਰਦੇ ਆ। ਇਹ ਸਾਰੇ ਆਕਾਰ ਜਿੰਨੇ ਵੀ ਹਨ, ਸੂਰਜ ਚੰਦਰਮਾ ਤਾਰਿਆਂ ਆਦਿਕ ਦੇ, ਇਹ ਧਰਤੀ ਦੇ ਸ਼ਰੀਰਾਂ ਦੇ, ਸਭ ਉਹਨਾਂ ਦੇ ਹੁਕਮ ਵਿੱਚ ਚੱਲ ਪੈਂਦੇ ਆ। ਹੁਕਮ ਨਾ ਕਹਿਆ ਜਾਏ। ਸਤਿਗੁਰੂ ਜੀ ਕਹਿੰਦੇ, ਭਾਈ ਇਹ ਹੁਕਮ ਕਿਹਾ ਹੋਇਆ ਵੇਦਾਂ ਸ਼ਾਸਤਰਾਂ ਦੁਆਰਾ ਵੀ ਪਰਮੇਸ਼ਰ ਨੇ, ਕਿ ਜਿਹੜੇ ਬ੍ਰਹਮ ਗਿਆਨੀ ਹੈ ਨਾ, ਉਹ ਨਾ ਜਾਈ ਕਿਤੇ ਹੋਰ ਨਹੀਂ ਜਾਂਦੇ, ਵਾਹਿਗੁਰੂ ਦਾ ਰੂਪ ਹੀ ਹੋ ਜਾਂਦੇ। ਇਹ ਹੁਕਮ ਕਿਹਾ ਹੋਇਆ ਪਰਮੇਸ਼ਰ ਦਾ, ਕਿ ਜਿਹੜਾ ਬੰਦਗੀ ਕਰਦਾ ਹੈ ਨਾ, ਉਹ ਕਿਤੇ ਹੋਰ ਨਹੀਂ ਜਾਂਦਾ, ਵਾਹਿਗੁਰੂ ਦੀ ਜੋਤ ਵਿੱਚ ਹੀ ਸਾਧ ਸੰਗਤ ਜੀ ਲੀਨ ਹੋ ਜਾਂਦਾ ਏ। ਹੁਕਮੇ ਹੋਵਨ ਜਿਆ। ਜਿਹੜੇ ਸਾਧ ਸੰਗਤ ਜੀ, ਜਿਹੜੇ ਇਹ ਜੀਵ ਹਨ, ਜਿਨ੍ਹਾਂ ਨੇ ਮਹਾਰਾਜ ਜੀ ਦੇ ਹੁਕਮ ਨੂੰ ਮੰਨਿਆ, ਅੰਦਰ ਜੀਵ ਆਤਮਾ ਹੁੰਦੀ ਹੈ। ਵੇਖ ਲਓ, ਪਰਮੇਸ਼ਰ ਦੀ ਬਣਾਈ ਹੋਈ ਇਹ ਸ੍ਰਿਸ਼ਟੀ, ਸੱਪ ਦਾ ਸੁਭਾਅ ਹੈ ਡੰਗ ਮਾਰਦਾ, ਸ਼ੇਰ ਦਾ ਸੁਭਾਅ ਹੈ ਤਾਮਸੀ, ਉਹ ਮਨੁੱਖ ਨੂੰ ਵੇਖ ਕਰਕੇ ਪਾੜ ਖਾਂਦਾ ਏ। ਪਰ ਜਿਨ੍ਹਾਂ ਨੇ ਮਹਾਰਾਜ ਜੀ ਦਾ ਹੁਕਮ ਮੰਨਿਆ ਨਾ, ਇਹ ਜੂਨਾਂ ਵੀ ਉਹਨਾਂ ਦੀ ਆਗਿਆ ਵਿੱਚ ਚੱਲਣ ਲੱਗ ਪੈਂਦੀਆਂ ਹਨ। ਇਹ ਹਾਥੀ, ਘੋੜੇ, ਸ਼ੇਰ, ਚੀਤੇ, ਬਘੇਰੇ ਆਦਿਕ, ਇਹ ਵੀ ਸਾਧ ਸੰਗਤ ਜੀ ਉਹਨਾਂ ਦੀ ਆਗਿਆ ਵਿੱਚ ਚੱਲਣ ਲੱਗ ਪੈਂਦੇ ਐ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜਦੋਂ ਇੱਥੋਂ ਹਜੂਰ ਸਾਹਿਬ ਤੋਂ ਡਾਢਾ ਸਮਾਂ ਰਹਿ ਕਰਕੇ ਪੰਜਾਬ ਨੂੰ ਤੁਰ ਕੇ ਹੀ ਗਏ ਸੀ, ਤੇ ਉਹਨਾਂ ਦੇ ਜੀਵਨ ਵਿੱਚ ਲਿਖਿਆ ਹੋਇਆ, ਰਸਤੇ ਵਿੱਚ ਉਹਨਾਂ ਨੂੰ ਇੱਕ ਥਾਵੇਂ ਸ਼ੇਰ ਮਿਲਿਆ, ਤੇ ਜਦੋਂ ਸ਼ੇਰ ਵੱਲ ਉਹਨਾਂ ਨੇ ਤੱਕਿਆ ਨਾ, ਆਪਣੇ ਅੱਖਾਂ ਵਿੱਚ ਅੱਖਾਂ ਪਾ ਕਰਕੇ, ਜਿਵੇਂ ਮਹਾਰਾਜ ਨੇ ਕਿਹਾ ਨਾ, ਸਿੰਘ ਬੁਲਾਈ ਹੋਏ ਗਏ ਤ੍ਰਿਣ ਮੇਰ ਦਖੀਤਾ, ਉਹ ਸਿੰਘ ਬਿੱਲੀ ਦੀ ਤਰ੍ਹਾਂ ਸ਼ੇਰ ਜਿਹੜਾ ਸੀ ਨਾ, ਪੂਛ ਹਿਲਾਉਂਦਾ ਹੋਇਆ ਜੰਗਲ ਨੂੰ ਚਲੇ ਗਿਆ, ਮਹਾਂਪੁਰਖਾਂ ਦੇ ਸਾਹਮਣੇ ਨਹੀਂ ਆ ਕਰਕੇ ਦਹਾੜਿਆ। ਇਹ ਸਾਧ ਸੰਗਤ ਜੀ, ਸਾਰੇ ਜਿੰਨੇ ਵੀ ਜੀਵ ਹੈ, ਉਹਨਾਂ ਦੀ ਆਗਿਆ ਵਿੱਚ ਚੱਲਣ ਲੱਗ ਪੈਂਦੇ ਆ। ਤਾਮਸੀ ਖੂੰਖਾਰ ਜੂਨਾਂ ਵੀ ਉਹਨਾਂ ਦੀ ਆਗਿਆ ਵਿੱਚ ਚੱਲਣ ਲੱਗ ਪੈਂਦੀਆਂ। ਬਾਬਾ ਮਿੱਤ ਸਿੰਘ ਜੀ, ਜਿਨ੍ਹਾਂ ਨੇ ਮਾਤਾ ਸਾਹਿਬ ਦੇ ਅਸਥਾਨ ਤੇ ਲੰਮਾ ਸਮਾਂ ਸੇਵਾ ਕੀਤੀ ਹੈ, ਅੱਜ ਐਡਾ ਅਸਥਾਨ ਆਬਾਦ ਹੈ, ਉਹਨਾਂ ਦੀ ਘਾਲਣ ਹੈ ਸਾਧ ਸੰਗਤ ਜੀ। ਤੇ ਸੁਭਾਅ ਉਹਨਾਂ ਦਾ ਐਸਾ ਸੀਗਾ ਕਿ ਜੇ ਅਸਥਾਨ ਤੇ ਕੋਈ ਸੱਪ ਵੀ ਆ ਜਾਏ ਨਾ, ਤੇ ਮਹਾਂਪੁਰਖ ਕਹਿੰਦੇ ਹੁੰਦੇ ਸੀ, ਭਾਈ ਮਾਰਿਓ ਨਾ ਇਸ ਨੂੰ। ਉਸ ਨੂੰ ਆਪ ਜਿਉਂਦਾ ਹੀ ਪਕੜ ਕੇ ਬਾਹਰ ਛੱਡ ਦਿੰਦੇ ਹੁੰਦੇ ਸੀਗਾ। ਕਦੇ ਮਹਾਂਪੁਰਖ ਸੱਪ ਨੂੰ ਵੀ ਨਹੀਂ ਸੀ ਮਾਰਨ ਦਿੰਦੇ। ਤੇ ਕਹਿੰਦੇ ਨਿਕਟਵਰਤੀ ਸਿੰਘਾਂ ਨੇ ਕਦੇ ਕਹਿਣਾ, ਮਹਾਰਾਜ ਜ਼ਰੀਲਾ ਬੜਾ ਡੰਗ ਮਾਰ ਦੇਗਾ। ਉਹਨਾਂ ਨੇ ਸਹਿਜ ਹੀ ਸੱਪ ਨੂੰ ਪਕੜ ਲੈਣਾ, ਸੱਪ ਆਦਿਕ ਵੀ ਉਹਨਾਂ ਨੂੰ ਡੰਗ ਨਾ ਸੀ ਮਾਰਦੇ। ਇਹੋ ਜਿਹਾ ਸਾਧ ਸੰਗਤ ਜੀ, ਵਿਰੋਧੀ ਜੂਨਾਂ ਦਾ ਵੀ ਸਰਲ ਸੁਭਾਅ ਹੋ ਜਾਂਦਾ ਹੈ। ਮਹਾਰਾਜ ਕਹਿੰਦੇ, ਭਾਈ ਸਭ ਵਾਹਿਗੁਰੂ ਦੇ ਹੁਕਮ ਵਿੱਚ ਜਿਹੜੇ ਆ ਨਾ, ਉਹ ਉਹਨਾਂ ਦੇ ਅਧੀਨ ਹੋ ਜਾਂਦੇ ਐ। ਜਿਨ੍ਹਾਂ ਨੇ ਪਰਮੇਸ਼ਰ ਦੇ ਹੁਕਮ ਨੂੰ ਬੁੱਝ ਲਿਆ, ਸਭ ਜੀ ਉਹਨਾਂ ਦਾ ਹੁਕਮ ਮੰਨਦੇ ਆ। ਹੁਕਮ ਮਿਲੈ ਵਡਿਆਈ। ਉਹਨਾਂ ਨੂੰ ਪਤਾ ਹੈ ਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ ਅਸੀਂ ਖੁਦ ਨਹੀਂ ਬਣੇ। ਇਹ ਵਡਿਆਈ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੁਆਰਾ ਪ੍ਰਾਪਤ ਹੋਈ ਆ। ਹੁਕਮੇ ਉਤਮ ਨੇਚ। ਮਹਾਰਾਜ ਜੀ ਦੇ ਹੁਕਮ ਵਿੱਚ ਸਾਧ ਸੰਗਤ ਜੀ, ਮਹਾਂਪੁਰਖ ਜਦੋਂ ਹੁਕਮ ਨੂੰ ਮੰਨਦੇ ਆ ਨਾ, ਉਹ ਇਸ ਗੱਲ ਨੂੰ ਜਾਣਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਮੰਨਣ ਦੇ ਨਾਲ ਨੀਚ ਵੀ ਉੱਤਮ ਹੋ ਜਾਂਦੇ ਆ। ਜਿਹੜੇ ਨੀਵੇਂ ਹੁੰਦੇ ਆ ਨਾ, ਜੇ ਹੁਕਮ ਨੂੰ ਮੰਨਣ ਤੇ ਉਹ ਵੀ ਉੱਤਮ ਹੋ ਜਾਂਦੇ ਆ। ਜਿਵੇਂ ਵੇਖ ਲਓ, ਮੇਰਾ ਧਾੜਵੀ ਸੀਗਾ ਬਾਬਾ ਬਿਧੀ ਚੰਦ ਜੀ, ਚੋਰੀਆਂ ਆਦਿਕ ਦਾ ਕਰਮ ਕਰਦੇ ਸੀ, ਪਰ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਪਰਸਿਆ ਤੇ ਹਜੂਰ ਨੇ ਵਰ ਦਿੱਤਾ ਸੀ, ਵਿਦਿਆ ਛੀਨਾ ਗੁਰੂ ਕਾ ਸੀਨਾ।
ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਹੁਕਮ ਹੈ। ਫਿਰ ਸਾਧ ਸੰਗਤ ਜੀ ਕਈ ਉੱਤਮ ਜਿਹੜੇ ਹੁੰਦੇ ਆ, ਜੇ ਉੱਤਮਤਾਈ ਦਾ ਮਾਣ ਕਰ ਲੈਣ ਨਾ ਤੇ ਫਿਰ ਸਾਧ ਸੰਗਤ ਜੀ ਉਹ ਨੀਵੇਂ ਬਣ ਜਾਂਦੇ ਐ, ਨੀਚ ਕਰਮਾਂ ਨੂੰ ਕਰਨ ਲੱਗ ਜਾਂਦੇ ਐ। ਵਾਹਿਗੁਰੂ ਦਾ ਹੁਕਮ ਹੀ ਐਸਾ ਵਰਤਦਾ ਹੈ। ਬ੍ਰਹਮ ਗਿਆਨੀ ਇਸ ਭੇਦ ਨੂੰ ਜਾਣਦੇ ਹੁੰਦੇ ਐ, ਉਹ ਸਮਝਦੇ ਐ ਕਿ ਵਾਹਿਗੁਰੂ ਦੇ ਹੁਕਮ ਵਿੱਚ ਹੀ ਅਸੀਂ ਉੱਤਮ ਜਿਹੜੀ ਆ ਅਵਸਥਾ ਇਸ ਨੂੰ ਪ੍ਰਾਪਤ ਹੋਏ ਆ। ਗਰੀਬ ਨਵਾਜ ਸਤਿਗੁਰੂ ਜੀ ਦੇ ਹੁਕਮ ਨੂੰ ਬੁੱਝਣੇ ਕਰਕੇ ਸਾਧ ਸੰਗਤ ਜੀ ਜਿਹੜੇ ਨੀਚ ਵੈ ਉਹ ਵੀ ਉੱਤਮ ਬਣ ਜਾਂਦੇ ਆ। ਹੁਕਮ ਲਿਖਾ ਦੁੱਖ ਸੁਖ ਪਾਈਆ ਹੈ। ਜਿਨ੍ਹਾਂ ਨੇ ਮਹਾਰਾਜ ਜੀ ਦਾ ਹੁਕਮ ਬੁੱਝਿਆ ਨਾ ਸਾਧ ਸੰਗਤ ਜੀ, ਉਹਨਾਂ ਨੂੰ ਦੁੱਖ ਵਿੱਚ ਵੀ ਸੁਖ ਪਾਈ ਹੈ, ਸੁਖ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਉਹ ਸਰੀਰ ਨੂੰ ਸਾਧ ਸੰਗਤ ਜੀ ਆਪਣਾ ਅਸਲ ਰੂਪ ਨਹੀਂ ਸਮਝਦੇ। ਹੁਕਮ ਦੀ ਖੇਡ ਨੂੰ ਬੁੱਝ ਲਿਆ ਉਹਨਾਂ ਨੇ ਤੇ ਇਸ ਕਰਕੇ ਉਹ ਸਮਝਦੇ ਆ ਕਿ ਇਹ ਸਰੀਰ ਦਾ ਹੀ ਧਰਮ ਹੈ ਤੇ ਸਰੀਰ ਦੀ ਪਰਾਰਬਧ ਹੈ। ਸਰੀਰ ਦੇ ਪਰਾਰਬਧ ਹੋਣੇ ਕਰਕੇ ਲਿਖਿਆ ਹੋਇਆ ਹੈ ਕਿ ਇੰਨੇ ਦੁੱਖ ਮਿਲਣੇ, ਇੰਨੇ ਸੁੱਖ ਮਿਲਣੇ ਆ। ਇਸ ਕਰਕੇ ਉਹ ਦੁੱਖ ਨੂੰ ਦੁੱਖ ਰੂਪ ਨਹੀਂ ਜਾਣਦੇ। ਜੋ ਮਹਾਰਾਜ ਨੇ ਕਿਹਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਔਰ ਭੈ ਨਹੀਂ ਜਾਕੈ, ਉਹ ਕੰਚਨ ਮਾਟੀ ਮਾਨੈ। ਇਸ ਤਰ੍ਹਾਂ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਉਹਨਾਂ ਨੂੰ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ। ਫਿਰ ਇਹ ਪੰਕਤੀ ਪੜੋ। ਹੁਕਮੇ ਉਤਮ ਨੇਚ। ਸਾਧ ਸੰਗਤ ਜੀ ਇਸ ਪ੍ਰਕਾਰ ਜਿਹੜੀ ਹੈ, ਜਿਹੜਾ ਸਾਧ ਸੰਗਤ ਜੀ ਉੱਤਮ ਥਾਂ ਤੇ ਰਹਿੰਦਾ ਹੋਵੇ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਨਾ ਬੁੱਝੇ ਤੇ ਤਾਂ ਵੀ ਸਾਧ ਸੰਗਤ ਜੀ ਜੇ ਹੁਕਮ ਮੰਨਣਾ ਨਹੀਂ ਨਾ ਜਾਣਿਆ ਤੇ ਫਿਰ ਨੀਚ ਅਧੋਗਤੀ ਨੂੰ ਚਲੇ ਜਾਂਦਾ। ਜਿਵੇਂ ਉਹ ਖੀਰ ਖਾਣੇ ਸਿੱਖ ਦੀ ਸਾਖੀ ਆਉਂਦੀ, ਰਹਿੰਦਾ ਤਾਂ ਸਤਿਗੁਰੂ ਜੀ ਦੇ ਦਰਬਾਰ ਦੇ ਅੰਦਰ ਸੀ, ਉੱਤਮ ਥਾਂ ਹੀ ਸੀ ਨਾ ਜਿੱਥੇ ਰਹਿੰਦਾ ਸੀਗਾ। ਤੇ ਜੇ ਬਾਬਾ ਬੁੱਢਾ ਸਾਹਿਬ ਨੇ ਕਹਿਣਾ ਕਿ ਭਾਈ ਸੇਵਾ ਕਰਿਆ ਕਰੋ, ਕਹਿਣਾ ਗੁਰੂ ਸਾਹਿਬ ਕਹੂਗੇ ਤੇ ਕਰੂੰਗਾ, ਤੁਹਾਡੇ ਆਖੇ ਕਿਉਂ ਕਰਾਂ। ਤੋ ਜਿਸ ਦਿਨ ਕਿਤੇ ਲੰਗਰ ਵਰਤ ਰਿਹਾ ਸੀ ਸਿੱਖਾਂ ਨੇ, ਉਹ ਲੰਗਰ ਦੀ ਜਦੋਂ ਸਾਧ ਸੰਗਤ ਜੀ ਟੱਲ ਵੱਜਦਾ ਨਾ ਲੰਗਰ ਦਾ, ਉਦੋਂ ਹੀ ਭੱਜ ਕੇ ਨਿਕਲਦਾ ਤੇ ਖੀਰ ਖਾ ਕੇ ਫਿਰ ਅੰਦਰ ਵੜ ਜਾਇਆ ਕਰਦਾ ਕੋਠੜੀ 'ਚ, ਸੇਵਾ ਕਰਿਆ ਹੀ ਨਾ ਕਰੇ। ਸਿੱਖਾਂ ਨੇ ਉਸ ਦਿਨ ਮਹਾਰਾਜ ਦਾ ਪਲੰਗਾ ਕੋਠੜੀ ਦੇ ਸਾਹਮਣੇ ਹੀ ਡਾਹਤਾ। ਟੱਲ ਵੱਜਿਆ, ਬੜੀ ਕਾਲੀ ਨਾਲ ਨਿਕਲਿਆ, ਹਜੂਰ ਦਾ ਪਲੰਗਾ ਸਾਹਮਣੇ ਡੱਠਾ। ਮਹਾਰਾਜ ਵੱਲ ਵੇਖ ਕੇ ਫਿਰ ਮੱਥਾ ਟੇਕਿਆ ਉਸਨੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਵੇਖਿਆ। ਹਜੂਰ ਕਹਿੰਦੇ, ਭਾਈ ਸਿੱਖਾ ਕੀ ਕਰਦਾ ਹੁੰਨਾ? ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ, ਮੈਂ ਬਾਬਾ ਬੁੱਢਾ ਸਾਹਿਬ ਜੀ ਆਦਿਕ ਸਿੱਖ ਕਹਿੰਦੇ ਆ, ਪਰ ਮੈਂ ਕਦੇ ਸੇਵਾ ਨਹੀਂ ਕੀਤੀ। ਕਿਹਾ ਜੇ ਗੁਰੂ ਸਾਹਿਬ ਕਹਿਣਗੇ ਤਾਂ ਮੈਂ ਕਰੂੰਗਾ। ਤੇ ਸਾਧ ਸੰਗਤ ਜੀ ਇਸ ਪ੍ਰਕਾਰ ਜਦੋਂ ਕਿਹਾ, ਮਹਾਰਾਜ ਕਹਿੰਦੇ ਹੁਣ ਤੈਨੂੰ ਕੀ ਸੇਵਾ ਦੱਸ ਦਈਏ। ਇਹ ਸਾਧ ਸੰਗਤ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਵਕਤ ਸਿਰ ਦੀ ਗੱਲ ਵੀ ਜਿਹੜੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਤੋ ਜਿਸ ਵਕਤ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਵੇਖਿਆ ਤੇ ਗਰੀਬ ਨਵਾਜ ਨੇ ਕਿਹਾ ਕਿ ਹੁਣ ਤਾਂ ਤੇਰੀ ਉਮਰ ਜਿਹੜੀ ਆ ਉਹ ਤਾਂ ਥੋੜਾ ਚਿਰ ਹੀ ਰਹਿ ਗਈ ਹੈ, ਤੈਨੂੰ ਹੁਣ ਕੀ ਸੇਵਾ ਦੱਸ ਦਈਏ। ਜੇ ਤੇਰਾ ਭਲਾ ਮਹਾਰਾਜ ਕਹਿੰਦੇ ਆਪਣਾ ਚਾਹੁੰਦਾ ਤੇ ਜਾਂ ਲੱਕੜਾਂ ਦਾ ਭਾਰ ਇਕੱਠਾ ਕਰਕੇ ਨਾ ਤੇ ਸੜ ਜਾ ਉਹਦੇ ਵਿੱਚ ਜਾ ਕਰਕੇ। ਜਦੋਂ ਸਤਿਗੁਰਾਂ ਜੀ ਨੇ ਬਚਨ ਕਹੇ, ਹੁਣ ਕੱਚੇ ਤੋਂ ਕਿੱਥੋਂ ਬਚਨ ਮੰਨਿਆ ਜਾਂਦਾ। ਉੱਥੇ ਜਾ ਕੇ ਜੰਗਲ ਵਿੱਚ ਲੱਕੜਾਂ ਦਾ ਭਾਰ ਇਕੱਠਾ ਕਰਕੇ ਤੇ ਉਹਦੇ ਦੁਆਲੇ ਫਰੀ ਜਾਵੇ ਅੱਗ ਲਾ ਕੇ। ਉਧਰੋਂ ਫਿਰ ਮੇਰਾ ਧਾੜ ਵੀ ਜਿਹੜਾ ਸੀ ਉਹ ਆ ਨਿਕਲਿਆ। ਉਹ ਤਾਂ ਨੀਚ ਸੀਗਾ, ਵੇਖੋ ਚੋਰੀਆਂ ਕਰਨ ਵਾਲਾ ਕਰਮ ਕਰਦਾ ਸੀ। ਗੁਰੂ ਮਹਾਰਾਜ ਸਾਹਿਬ ਜੀ ਦਾ ਹੁਕਮ ਮੰਨਿਆ ਕਿਸ ਤਰ੍ਹਾਂ। ਉਹਨੇ ਵੇਖਿਆ ਕਿ ਆ ਸਿੱਖ ਲੱਗਦਾ, ਨੇੜੇ ਆ ਕੇ ਪੁੱਛਿਆ, ਕਹਿਣ ਲੱਗਾ ਪਹਿਰਾਵੇ ਤੋਂ ਸਿੱਖ ਮਹਿਸੂਸ ਹੁੰਦਾ, ਕੀ ਗੱਲ ਇਹਦੀ ਪਰਿਕਰਮਾ ਕਰਦਾ ਹੈ ਅੱਗ ਦੀ। ਕਹਿੰਦਾ ਚੰਗਾ ਭਲਾ ਖੀਰ ਖਾਨੇ ਸਾ ਸਿੱਖਾਂ ਨੇ ਈਰਖਾ ਕਰਕੇ ਕਢਾਤਾ ਹੈ ਤੇ ਗੁਰੂ ਸਾਹਿਬ ਕੋਲੋਂ ਬਚਨ ਕਰਾਤਾ ਕਿ ਅੱਗ 'ਚ ਸੜ ਕੇ ਮਰ ਜਾ ਤੇ ਤੇਰਾ ਭਲਾ ਹੋ ਜਾਏਗਾ। ਉਹ ਮੇਰਾ ਧਾੜ ਵੀ ਕਹਿੰਦਾ ਗੁਰੂ ਸਾਹਿਬ ਨੇ ਆਖਿਆ। ਕਹਿੰਦਾ ਹਾਂ ਗੁਰੂ ਸਾਹਿਬ ਨੇ ਆਖਿਆ। ਕਹਿੰਦਾ ਐਂ ਕਰ, ਮੇਰੇ ਕੋਲ ਵੇਖ ਕਿੰਨਾ ਸੋਨਾ ਚਾਂਦੀ ਹੈ, ਤੂੰ ਲੈ ਲੈ ਤੇ ਗੁਰੂ ਕਾ ਬਚਨ ਮੈਨੂੰ ਅਰਦਾਸੇ ਕਰ ਦੇ। ਕਹਿੰਦੇ ਉਹਨੇ ਬੜੀ ਝਾਟੀ ਕਿਹਾ ਕਿ ਇਹ ਤਾਂ ਫਿਰ ਚੰਗੀ ਗੱਲ ਹੋ ਗਈ। ਪਰ ਸਾਧ ਸੰਗਤ ਜੀ ਉਹਦੀ ਉਮਰ ਵਾਕਿਆ ਹੀ ਜਿਹੜੀ ਸੀ ਨਾ, ਹਜੂਰ ਨੇ ਕਿਹਾ ਕਿ ਇੱਕ ਪੈਰ ਉਮਰ ਰਹਿ ਗਈ ਹੈ, ਉਨੀ ਹੀ ਉਮਰ ਉਹਦੀ ਰਹਿੰਦੀ ਸੀਗੀ, ਪਰ ਬਚਨ ਨਾ ਮੰਨ ਸਕਿਆ, ਕੱਚਾ ਸੀ ਨਾ। ਤੇ ਮੇਰੇ ਧਾੜਵੀ ਨੇ ਕਹਿੰਦੇ ਆ ਕਿ ਹਜੂਰ ਦੇ ਬਚਨਾਂ ਨੂੰ ਸੰਭਾਲਦਿਆਂ ਹੋਇਆਂ ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੋਇਆ ਕਿ ਉਸ ਨੂੰ ਅੱਗ ਨੇ ਪੋਇਆ ਤੱਕ ਨਹੀਂ ਸੀ ਤੇ ਮਹਾਰਾਜ ਦੇ ਹਜੂਰ ਆ ਗਿਆ ਸੀ ਸੱਚੇ ਪਾਤਸ਼ਾਹ ਤੋਂ। ਫਿਰ ਸਿੱਖੀ ਪਾ ਕੇ ਨਿਹਾਲ ਹੋਇਆ ਸੀ ਤੇ ਉਸ ਸਿੱਖ ਨੂੰ ਸਾਧ ਸੰਗਤ ਜੀ ਉਹਦੇ ਕੋਲ ਉਹ ਸੋਨਾ ਚਾਂਦੀ ਪਛਾਣ ਕੇ ਵਾਰ ਪਈ ਜਿਹੜੀ ਮੇਰੇ ਧਾੜਵੀ ਦੇ ਮਗਰ। ਉਹਨਾਂ ਨੇ ਉਹ ਸਿੱਖ ਹੀ ਮਾਰਤਾ ਪਕੜ ਕੇ ਕਿ ਇਹੀ ਚੋਰ ਵਾ। ਮਾਰਿਆ ਉਹ ਫਿਰ ਵੀ ਗਿਆ। ਵੇਖੋ ਉੱਤਮ ਜਗ੍ਹਾ ਤੇ ਰਹਿੰਦਾ ਸੀ
ਪਰ ਕੁਛ ਨਾ ਪਾ ਸਕਿਆ, ਨੀਵੀਂ ਗਤੀ ਨੂੰ ਚਲੇ ਗਿਆ। ਜਿਹੜਾ ਨੀਚ ਥਾਂ ਤੇ ਰਹਿੰਦਾ ਚੋਰੀਆਂ ਕਰਦਾ ਸੀ, ਉੱਤਮ ਗਤੀ ਨੂੰ ਪ੍ਰਾਪਤ ਹੋ ਗਿਆ। ਸਤਿਗੁਰਾਂ ਦੀ ਸਿੱਖੀ ਪਾ ਕੇ ਮੇਰਾ ਧਾੜ ਵੀ ਨਿਹਾਲ ਹੋ ਗਿਆ। ਜਿਨ੍ਹਾਂ ਨੇ ਮਹਾਰਾਜ ਜੀ ਦਾ ਹੁਕਮ ਮੰਨਣਾ ਜਾਣਿਆ ਨਾ, ਭਾਵੇਂ ਉਹ ਨੀਚ ਸੀ ਮੇਰਾ ਧਾੜ ਵੀ, ਪਰ ਫਿਰ ਵੀ ਸਾਧ ਸੰਗਤ ਜੀ ਨਿਹਾਲ ਹੋ ਗਿਆ। ਤੇ ਵੇਖੋ ਉੱਤਮ ਥਾਂ ਤੇ ਰਹਿੰਦਾ ਸੀ, ਸਤਿਗੁਰਾਂ ਦਾ ਹੁਕਮ ਨਾ ਮੰਨ ਸਕਿਆ, ਇਸ ਕਰਕੇ ਅਧੋ ਗਤੀ ਨੂੰ ਚਲੇ ਗਿਆ। ਜੇ ਮਹਾਰਾਜ ਜੀ ਦਾ ਹੁਕਮ ਨਾ ਮੰਨੀਏ, ਸਤਿਗੁਰਾਂ ਜੀ ਦੇ ਕਿੰਨਾ ਲਾਗੇ ਰਹੀਏ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾ ਨਹੀਂ ਸਕੀਦਾ। ਸਤਿਗੁਰਾਂ ਜੀ ਨੂੰ ਤਾਂ ਉਹੋ ਹੀ ਪਾਉਂਦੇ ਐ ਜੋ ਮਹਾਰਾਜ ਜੀ ਦੀ ਆਗਿਆ ਵਿੱਚ ਚੱਲਦੇ ਐ। ਤੇ ਮਹਾਰਾਜ ਜੀ ਦਾ ਹੁਕਮ ਕੀ ਹੈ? ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇੱਕੋ ਮਹਾਰਾਜ ਦਾ ਹੁਕਮ ਹੈ ਨਾਮ ਜਪਣ ਦਾ। ਤੇ ਜੇ ਭਾਈ ਹੁਕਮ ਹੀ ਨਹੀਂ ਮਹਾਰਾਜ ਜੀ ਦਾ ਮੰਨਦੇ, ਤੇ ਫਿਰ ਸਾਧ ਸੰਗਤ ਜੀ ਨਾਮ ਨਾ ਜਪਣੇ ਕਰਕੇ ਜੀਵ ਨੀਚ ਗਤੀ ਨੂੰ ਹੀ ਪ੍ਰਾਪਤ ਰਹਿੰਦੇ ਆ। ਹੁਕਮ ਲਿਖਾ ਦੁਖ ਸੁਖ ਪਾਈਆ ਹੈ। ਵਾਹਿਗੁਰੂ ਦੇ ਹੁਕਮ ਵਿੱਚ ਸਾਧ ਸੰਗਤ ਜੀ ਲਿਖਿਆ ਹੋਇਆ, ਜਿਹੜੇ ਹੁਕਮ ਨੂੰ ਮੰਨਣਾ ਜਾਣਦੇ ਆ ਉਹ ਸਮਝ ਲੈਂਦੇ ਆ ਕਿ ਸਾਨੂੰ ਦੁੱਖ ਦੇਣ ਵਾਲਾ ਕੋਈ ਹੋਰ ਨਹੀਂ। ਜਿਵੇਂ ਸਾਧ ਸੰਗਤ ਜੀ ਕੀ ਹੈ ਵੀ ਸੋਟੀ ਮਾਰੋ ਨਾ ਤੇ ਕੁੱਤਾ ਸੋਟੇ ਨੂੰ ਮੂੰਹ ਚ ਪਾਉਂਦਾ ਹੈ, ਤੇ ਜੇ ਸ਼ੇਰ ਦੇ ਕਹਿੰਦੇ ਸੋਟਾ ਮਾਰੋ ਤੇ ਸ਼ੇਰ ਸੋਟੇ ਵੱਲ ਨਹੀਂ ਧਿਆਨ ਦਿੰਦਾ, ਬੰਦੇ ਨੂੰ ਪਕੜਦਾ। ਜਿੱਥੋਂ ਗੋਲੀ ਕਹਿੰਦੇ ਆਈ ਹੋਵੇ ਸ਼ੇਰ ਉੱਥੇ ਪਹੁੰਚ ਜਾਂਦਾ। ਇਹ ਜਿਹੜੀ ਕੁਕਰ ਬਿਰਤੀ ਹੈ ਕਿ ਮੈਨੂੰ ਉਹ ਦੁੱਖ ਦੇ ਰਿਹਾ, ਮੇਰੇ ਨਾਲ ਫਲਾਨਾ ਦੁੱਖ ਮੈਨੂੰ ਦੇ ਰਿਹਾ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਸ਼ੇਰ ਬਿਰਤੀ ਹੈ ਨਾ, ਹੁਕਮ ਨੂੰ ਬੁੱਝ ਲੈਣਾ ਕਿ ਦੁੱਖ ਜਿਹੜਾ ਵੀ ਕੋਈ ਮਿਲ ਰਿਹਾ ਮਹਾਰਾਜ, ਅੱਛਾ ਮੇਰਾ ਕੋਈ ਪਿਛਲਾ ਕਰਮ ਮਾੜਾ ਕੀਤਾ ਹੋਣਾ ਨਾ, ਇਹ ਮਹਾਰਾਜ ਦੁੱਖ ਭੁਗਤਾ ਕੇ ਆਪ ਮੈਨੂੰ ਸੁਖੀ ਕਰ ਦਿਓਗੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜੇ ਭਾਈ ਹੁਕਮ ਨੂੰ ਜਾਣ ਲੈਂਦੇ ਆ, ਉਹ ਦੁੱਖ ਸੁੱਖ ਇੱਕ ਕਰਕੇ ਹੀ ਸਮਝ ਲੈਂਦੇ ਆ ਕਿ ਵਾਹਿਗੁਰੂ ਦਾ ਹੀ ਲਿਖਿਆ ਹੋਇਆ ਦਿੱਤਾ ਹੋਇਆ ਮਿਲ ਰਿਹਾ। ਜੇ ਸੁੱਖ ਮਿਲਦੇ ਆ ਤੇ ਉਹ ਬਾਹਲਾ ਸਾਧ ਸੰਗਤ ਜੀ ਸੁੱਖਾਂ ਵਿੱਚ ਪੈ ਕੇ ਵਾਹਿਗੁਰੂ ਨੂੰ ਭੁੱਲਦੇ ਨਹੀਂ, ਦੁੱਖ ਮਿਲਦੇ ਆ ਤੇ ਕਰਲਾਉਂਦੇ ਨਹੀਂ, ਭਾਣਾ ਮੰਨਦੇ ਆ। ਜਿਨ੍ਹਾਂ ਨੇ ਹੁਕਮ ਨੂੰ ਮੰਨਿਆ ਨਾ, ਉਹਨਾਂ ਨੂੰ ਇਹ ਖੇਡ ਪਤਾ ਲੱਗ ਜਾਂਦੀ ਆ। ਇਕ ਨਾ ਹੁਕਮੇ ਬਖਸ਼ੇਸ। ਮਹਾਰਾਜ ਕਹਿੰਦੇ ਇੱਕ ਫਿਰ ਐਸੇ ਆ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਹੁਕਮ ਨੂੰ ਬੁੱਝਦੇ ਆ, ਜਾਣਦੇ ਆ, ਮਹਾਰਾਜ ਉਹਨਾਂ ਉੱਤੇ ਬਖਸ਼ਿਸ਼ਾਂ ਕਰ ਦਿੰਦੇ ਆ, ਰਹਿਮਤਾਂ ਵਰਤਾ ਦਿੰਦੇ ਆ। ਇਕ ਹੁਕਮੇ ਸਦਾ ਪਵਾਈਆ ਹੈ। ਇੱਕ ਸਾਧ ਸੰਗਤ ਜੀ ਵੇਖੋ ਹੁਕਮ ਨਹੀਂ ਮਹਾਰਾਜਾ ਜਦੋਂ ਮੰਨਦੇ ਤੇ ਫਿਰ ਸਦਾ ਹੀ ਭਟਕਦੇ ਰਹਿੰਦੇ ਆ। ਕਦੇ ਉਹਨਾਂ ਨੂੰ ਮਨੁੱਖਾ ਜਨਮ ਵੀ ਤੱਕ ਨਹੀਂ ਪ੍ਰਾਪਤ ਹੁੰਦਾ, ਜੂਨਾਂ ਵਿੱਚ ਭਟਕਦੇ ਆ। ਇੱਕ ਨਾ ਹੁਕਮੀ ਬਖਸ਼ੀਸ ਭਾਈ ਸੰਗਤੀਆ ਜੀ ਦਾ ਬਚਨ ਆਉਂਦਾ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਭੇਟ ਕੀਤਾ ਲਿਆ ਕੇ ਇਹਨਾਂ ਦੇ ਪਿਤਾ ਜੀ ਨੇ। ਜਦੋਂ ਮਹਾਰਾਜ ਅਚਲ ਸਾਹਿਬ ਆਏ ਆ, ਕਹਿਣ ਲੱਗਾ ਮਹਾਰਾਜ ਪੁੱਤਰ ਨਹੀਂ ਸੀ ਘਰ 'ਚ ਕੋਈ ਹੁੰਦਾ ਤੇ ਤੁਹਾਡੀ ਅਰਦਾਸ ਕੀਤੀ ਸੀ ਤੁਹਾਡਾ ਨਾਂ ਲੈ ਕੇ, ਤੇ ਇਹ ਪੁੱਤਰ ਪੈਦਾ ਹੋਇਆ। ਮੈਂ ਕਿਹਾ ਜਦੋਂ ਇਹ ਵੱਡਾ ਹੋ ਜਾਏਗਾ ਆਪਦੇ ਭੇਟ ਕਰ ਦਿਆਂਗੇ। ਸਤਿਗੁਰੂ ਜੀ ਮੈਂ ਭੇਟਾ ਲਿਆਇਆ ਪੁੱਤਰ ਤੁਹਾਨੂੰ ਚੜਾਉਣ ਨੂੰ। ਭਾਈ ਸੰਗਤੀਆ ਦੀ ਉਮਰ ਉਸ ਸਮੇਂ ਕਹਿੰਦੇ 4 ਸਾਲ ਦੀ ਸੀਗੀ, ਤੇ ਗੁਰੂ ਸਾਹਿਬ ਦੇ ਅੱਗੇ ਭੇਟ ਕਰਤਾ। ਮਹਾਰਾਜ ਕਹਿੰਦੇ ਜੇ ਸਾਡਾ ਤੇ ਇਸ ਚਿਖਾ 'ਚ ਬਲਦੀ 'ਚ ਬਵੇ। ਸਤਿਗੁਰਾਂ ਜੀ ਨੇ ਜਦੋਂ ਇਹ ਬਚਨ ਕੀਤਾ, ਵੇਖੋ ਹੁਕਮ ਤੇ ਹੁਣ ਡਾਢਾ ਹੀ ਹੈ ਨਾ, ਬਲਦੀ ਚਿਖਾ 'ਚ। ਬਾਲਕ ਨੇ ਮਹਾਰਾਜ ਨੂੰ ਮੱਥਾ ਟੇਕਿਆ ਤੇ ਬਲਦੀ ਚਿਖਾ 'ਚ ਚੜ ਗਿਆ ਸੀ। ਸਾਧ ਸੰਗਤ ਜੀ ਇੱਕ ਵੀ ਰੋਮ ਨਾ ਸੀ ਸੜਿਆ, ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਮੰਨਿਆ। ਤੇ ਹਜੂਰ ਨੇ ਏਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਭਾਈ ਸੰਗਤੀਆ ਇੰਨਾ ਬਲ ਵਾਲਾ ਸੀ, ਚਾਹੇ ਤੇ ਮੁਰਦਾ ਜਿਉਂਦਾ ਕਰ ਸਕਦਾ ਸੀ। ਸਤਿਗੁਰਾਂ ਦੀ ਰਜਾ ਵਿੱਚ ਚੱਲੇ ਉਹ ਫਿਰ ਸਿੱਖ। ਇੱਕ ਨਾ ਹੁਕਮੀ ਬਖਸ਼ੀਸ ਤੇ ਸਾਧ ਸੰਗਤ ਜੀ ਇੱਕ ਹੁਕਮੀ ਸਦਾ ਭਵਾਈ ਹੈ। ਮਹਾਰਾਜ ਕਹਿੰਦੇ ਭਾਈ ਇੱਕ ਨਾ ਨੇ ਜਿਨ੍ਹਾਂ ਨੇ ਹੁਕਮ ਨਹੀਂ ਫਿਰ ਮੰਨਿਆ, ਜਿਵੇਂ ਮੂਲੇ ਖੱਤਰੀ ਨੇ ਨਾ ਸੀ ਮੰਨਿਆ, ਤੇ ਕਿਵੇਂ ਫਿਰ ਭਟਕਿਆ। ਸਤਿਗੁਰਾਂ ਜੀ ਦੇ ਚਰਨਾਂ ਵਿੱਚ ਮੁਰਦੇ ਨੂੰ ਹੀ ਲੈ ਆਏ ਸੀ, ਤੇ ਮਹਾਰਾਜ ਨੇ ਕਿਹਾ ਅੱਛਾ ਜਿਉਂਦਾ ਤਾਂ ਹੁਕਮ ਨਹੀਂ ਮੰਨ ਸਕਿਆ, ਮੁਰਦੇ ਨੂੰ ਲੈ ਆਏ ਹੋ, ਇਹਦਾ ਲਾਭ ਹੁਣ ਜ਼ਰੂਰ ਹੋਊਗਾ, ਇਹਨੂੰ ਭਟਕਣ ਦਿਓ। ਹੁਣ ਬਖਸ਼ਾਂਗੇ ਤਾਂ ਜ਼ਰੂਰ, ਪਰ 10ਵੇਂ ਜਾਮੇ 'ਚ ਬਖਸ਼ਾਂਗੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਿਰ ਆਪ ਦਾ ਤੀਰ ਮਾਰ ਕੇ ਇਹਨੂੰ ਸਦਗਤੀ ਦਿੱਤੀ ਸੀ। ਵਾਹਿਗੁਰੂ ਦੇ ਹੁਕਮ ਵਿੱਚ ਹੀ ਸਾਧ ਸੰਗਤ ਜੀ ਇਹ ਭਟਕਦੇ ਆ ਜੀਵ ਜੂਨਾਂ ਦੇ ਅੰਦਰ। ਹਜੂਰ ਕਹਿੰਦੇ ਭਾਈ ਜਿਨ੍ਹਾਂ ਨੇ ਹੁਕਮ ਨੂੰ ਬੁੱਝ ਲਿਆ ਉਹ ਇਸ ਗੱਲ ਨੂੰ ਸਮਝ ਲੈਂਦੇ ਆ, ਬ੍ਰਹਮ ਗਿਆਨੀ ਮਹਾਂਪੁਰਖ। ਹੁਕਮ ਅੰਦਰ ਸਭ ਕੋ, ਉਹਨਾਂ ਨੂੰ ਭੇਦ ਪਤਾ ਹੈ ਕਿ ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਹੈ ਸਭ ਕੁਝ। ਅਥਵਾ ਜਿਨ੍ਹਾਂ ਨੂੰ ਇਹ ਹੁਕਮ ਦੀ ਖੇਡ ਪਤਾ ਲੱਗ ਜਾਂਦੀ ਹੈ, ਉਹਨਾਂ ਦੇ ਵੀ ਹੁਕਮ ਵਿੱਚ ਹੀ ਸਭ ਕੁਝ ਸਾਧ ਸੰਗਤ ਜੀ ਚੱਲਦਾ ਹੈ। ਵਾਹਿਗੁਰੂ ਸਭ ਕੁਝ ਉਹਨਾਂ ਦੇ ਹੁਕਮ ਦੇ ਵਿੱਚ ਕਰ ਦਿੰਦੇ ਆ। ਬਾਹਰ
ਨਾ ਕੋਏ ਕੋਈ ਵੀ ਉਹਨਾਂ ਦੇ ਹੁਕਮ ਤੋਂ ਬਾਹਰਾ ਨਹੀਂ ਹੁੰਦਾ ਏ। ਨਾਨਕ ਹੁਕਮ ਜੇ ਬੁਝੈ ਹਜੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਿੱਧੋ, ਜੇ ਗੁਰੂ ਸਾਹਿਬ ਦੀ ਸੇਵਾ ਕਰਕੇ, ਗੁਰੂ ਮਹਾਰਾਜ ਸਾਹਿਬ ਤੋਂ ਸਿੱਖਿਆ ਤੇ ਦੀਖਿਆ ਲੈ ਕਰਕੇ ਗਿਆਨ ਦੁਆਰਾ ਹੁਕਮ ਦੀ ਅਸਚਰਜ ਖੇਡ ਨੂੰ ਬੁੱਝ ਲਵੇ, ਸਮਝ ਲਵੇ, ਇਹ ਜਾਣ ਲਵੇ ਭਾਣੇ ਦਾ ਮੰਨਣਾ ਕਿਸ ਤਰ੍ਹਾਂ ਦਾ ਹੁੰਦਾ ਹੈ, ਮਿੱਠਾ ਕਰਕੇ ਮੰਨ ਲਵੇ ਵਾਹਿਗੁਰੂ ਦੇ ਭਾਣੇ ਨੂੰ। ਨਾ ਕੋਏ ਫਿਰ ਉਹ ਹੰਗਤਾ ਮੰਗਤਾ ਦੇ ਕੋਈ ਬੋਲ ਨਹੀਂ ਬੋਲਦਾ, ਹੰਕਾਰ ਵਿੱਚ ਆ ਕਰਕੇ ਕੋਈ ਬੋਲ ਨਹੀਂ ਬੋਲਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਹੁਕਮ ਬੁੱਝ ਲਿਆ ਨਾ, ਉਹ ਸਾਧ ਸੰਗਤ ਜੀ ਵਾਹਿਗੁਰੂ ਦੇ ਸਰੂਪ ਵਿੱਚ ਹੀ ਅਭੇਦ ਹੋ ਜਾਂਦੇ ਐ, ਵਾਹਿਗੁਰੂ ਦਾ ਰੂਪ ਹੀ ਹੋ ਜਾਂਦੇ ਐ। ਸਤਿਗੁਰੂ ਜੀ ਕਹਿੰਦੇ ਭਾਈ ਉਹ ਹਉਮੈ ਵਿੱਚ ਕਦੇ ਕੋਈ ਬੋਲ ਨਹੀਂ ਬੋਲਦੇ। ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਕਮ ਦੀ ਪੌੜੀ ਦੁਆਰਾ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਮਹਾਰਾਜ ਜੀ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ।